31 ਅਕਤੂਬਰ 1984 ਨੂੰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਤੇ ਵੱਖ-ਵੱਖ ਸਟੇਟਸ ਤੇ ਸ਼ਹਿਰਾਂ ਵਿੱਚ ਸਿੱਖ ਕੌਮ ਨਾਲ ਜੋ ਵਾਪਰਿਆ, ਕਿ ਉਹ ਦੰਗੇ ਸਨ ਜਾਂ ਸਿੱਖਾਂ ਦੀ ਨਸਲਕੁਸ਼ੀ? ਇਹ ਦੰਗੇ ਨਹੀਂ ਸੀ, ਇੱਕ ਕਤਲੇਆਮ ਸੀ, ਇੱਕ ਜੀਨੋਸਾਈਡ ਸੀ, ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਿ ਇੱਕ ਵੀ ਸਿੱਖ ਨੂੰ ਇੱਥੇ ਛੱਡਿਆ ਨਾ ਜਾਵੇ। ਦੰਗਿਆਂ ਦੇ ਵਿੱਚ ਕੋਈ ਕੱਲਾ ਦਕੱਲਾ ਬੰਦਾ ਦੇਖ ਕੇ ਉਹਦੇ ਤੇ ਹਮਲੇ ਕੀਤੇ ਜਾਂਦੇ ਆ, ਦੰਗੇ ਉੱਥੋਂ ਸ਼ੁਰੂ ਹੁੰਦੇ ਆ। ਪਰ ਇੱਥੇ ਜੋ ਪਹਿਲਾ ਹਮਲਾ ਕਿਸੇ ਵੀ ਸਿੱਖ ਤੇ ਹੋਇਆ, ਉਹ ਦੇਸ਼ ਦਾ ਰਾਸ਼ਟਰਪਤੀ ਸੀ। ਜਦੋਂ ਗਿਆਨੀ ਜੈਲ ਸਿੰਘ ਦਾ ਕਾਫਲਾ ਏਅਰਪੋਰਟ ਤੋਂ ਆ ਕੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵੱਲ ਜਾ ਰਿਹਾ ਸੀ, ਜਿੱਥੇ ਕਿ ਇੰਦਰਾ ਗਾਂਧੀ ਦੀ ਬੋਡੀ ਰੱਖੀ ਹੋਈ ਸੀ, ਤਾਂ ਤਕਰੀਬਨ 4:30 ਵਜੇ ਦਾ ਟਾਈਮ ਹੈ। ਸਾਰੇ ਉੱਥੇ ਪੁਲਿਸ ਦੀ ਮੌਜੂਦਗੀ ਦੇ ਉੱਤੇ ਉਸ ਕਾਫਲੇ ਦੇ ਉੱਤੇ ਹਮਲਾ ਹੋਇਆ। ਉਸ ਦੇ ਬਾਡੀਗਾਰਡ ਨੂੰ ਸੱਟਾਂ ਮਾਰੀਆਂ ਗਈਆਂ, ਉਹਦੇ ਸਿਰ ਦੇ ਉੱਪਰ ਸੱਟਾਂ ਆਈਆਂ ਔਰ ਉਹਦੀ ਪੱਗ ਉਤਾਰ ਦਿੱਤੀ ਗਈ। ਉਹਦੇ ਕਾਫਲੇ ਦੀ ਜੋ ਲਾਸਟ ਕਾਰ ਸੀ, ਉਸ ਦੇ ਪ੍ਰੈਸ ਸੈਕਟਰੀ ਤਰਲੋਚਨ ਸਿੰਘ ਦੀ ਕਾਰ, ਉਹਦੇ ਸ਼ੀਸ਼ੇ ਤੋੜ ਦਿੱਤੇ ਗਏ ਔਰ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੁਲਿਸ ਨੇ ਅਰੈਸਟ ਕਰਨਾ ਤਾਂ ਦੰਗਈਆਂ ਨੂੰ ਛੱਡੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਗਿਆਨੀ ਜੈਲ ਸਿੰਘ ਅੱਧਾ ਘੰਟਾ ਹਸਪਤਾਲ ਦੇ ਵਿੱਚ ਰਹੇ। ਅੱਧੇ ਘੰਟੇ ਤੋਂ ਬਾਅਦ ਜਦੋਂ ਬਾਹਰ ਨਿਕਲੇ ਤਾਂ ਦੂਜੀ ਵਾਰੀ ਫੇਰ ਹਮਲਾ ਹੋਇਆ। ਉੱਥੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਸੀ, ਰਾਜੀਵ ਗਾਂਧੀ ਉੱਥੇ ਮੌਜੂਦ ਸੀ ਔਰ ਸਾਰੇ ਮਿਨਿਸਟਰ ਉੱਥੇ ਮੌਜੂਦ ਸੀ। ਇੱਕ ਵੀ ਬੰਦੇ ਨੇ ਇਹ ਨਹੀਂ ਕਿਹਾ ਕਿ ਇਹ ਹਮਲੇ ਗਲਤ ਆ ਔਰ ਇਹਨੂੰ ਰੋਕਿਆ ਜਾਵੇ। ਪੁਲਿਸ, CRP, ਸਾਰੀ ਫੋਰਸ ਉੱਥੇ ਮੌਜੂਦ ਸੀ, ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਇੱਕ ਵੀ ਬੰਦੇ ਨੂੰ ਅਰੈਸਟ ਨਹੀਂ ਕੀਤਾ। ਗੌਰ ਕਰਿਓ, ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ 31 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਜਦੋਂ 1 ਨਵੰਬਰ 1984 ਨੂੰ ਲੇਖਕ ਪਤਵੰਤ ਸਿੰਘ, ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਲੈਫਟੀਨੈਂਟ ਜਨਰਲ JS ਅਰੋੜਾ ਜਦੋਂ ਰਾਸ਼ਟਰਪਤੀ ਨੂੰ ਮਿਲੇ ਤੇ ਬੇਕਸੂਰ ਝਟਕਾਏ ਜਾ ਰਹੇ ਸਿੱਖਾਂ ਦੀ ਸਾਰ ਲੈਣ ਲਈ ਕਿਹਾ, ਤੇ ਰਾਸ਼ਟਰਪਤੀ ਨੇ ਵੀ ਹੱਥ ਖੜੇ ਕਰ ਦਿੱਤੇ ਤੇ ਕਿਹਾ ਕਿ ਮੇਰੇ ਕੋਲ ਦਖਲ ਦੇਣ ਦੀਆਂ ਸ਼ਕਤੀਆਂ ਨਹੀਂ ਹਨ। ਇਸ ਗੱਲ ਤੋਂ ਇੱਕ ਬੜਾ ਸਿੱਧਾ ਸੁਨੇਹਾ ਉਸ ਸਮੇਂ ਦੀ ਸਰਕਾਰ ਨੇ ਭੇਜ ਦਿੱਤਾ ਸਾਰੇ ਦੇਸ਼ ਵਿੱਚ ਕਿ ਕੋਈ ਵੀ ਸਿੱਖ ਜਿਸ ਮਰਜ਼ੀ ਵੱਡੀ ਤੋਂ ਵੱਡੀ ਪਦਵੀ ਤੇ ਹੋਵੇ, ਉਹਨੂੰ ਬਖਸ਼ਿਓ ਨਾ, ਉਹਨੂੰ ਛੱਡਿਓ ਨਾ। ਔਰ ਦੂਜੀ ਗੱਲ ਕਿ ਪੁਲਿਸ ਜਿਹੜੀ ਖੜੀ ਆ, ਚਾਹੇ ਜਿੰਨੀ ਮਰਜ਼ੀ ਪੁਲਿਸ ਉੱਥੇ ਮੌਜੂਦ ਹੋਵੇ, ਤੁਸੀਂ ਡਰਨਾ ਨਹੀਂ, ਪੁਲਿਸ ਤੁਹਾਡੀ ਮਦਦ ਵਾਸਤੇ ਖੜੀ ਆ, ਪੁਲਿਸ ਤੁਹਾਡੇ ਤੇ ਐਕਸ਼ਨ ਲਈ ਨਹੀਂ ਖੜੀ। ਔਰ ਤੀਜਾ ਸੁਨੇਹਾ ਪੁਲਿਸ ਵਾਲਿਆਂ ਨੂੰ ਸੀ ਕਿ ਇਹਨਾਂ ਨੂੰ ਖੁੱਲੀ ਛੁੱਟੀ ਆ, ਜਿਹਨੂੰ ਮਰਜ਼ੀ ਮਾਰਨ ਤੋਂ ਚੁੱਪ ਕਰਕੇ ਖੜੇ ਰਹੋ। ਔਰ ਇਹ ਸੁਨੇਹਾ ਐਸਾ ਗਿਆ ਕਿ ਜਦੋਂ 1 ਤਰੀਕ ਨੂੰ ਸਵੇਰੇ ਕਤਲੇਆਮ ਪੂਰਾ ਸ਼ੁਰੂ ਹੋਇਆ ਔਰ ਜਿੱਥੇ ਜਿੱਥੇ ਦਿੱਲੀ ਦੇ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਉੱਥੇ ਪੁਲਿਸ ਦੀਆਂ ਗੱਡੀਆਂ ਨਾਲ ਦੀ ਨਾਲ CRP ਦੀਆਂ ਗੱਡੀਆਂ, ਟਰੱਕਾਂ ਦੇ ਟਰੱਕ ਪਹੁੰਚ ਗਏ ਔਰ ਜਾ ਕੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ। ਦੰਗਈਆਂ ਨੂੰ ਕੁਛ ਨਹੀਂ ਕਿਹਾ। ਕਲਿਆਣਪੁਰੀ ਦਾ ਇਲਾਕਾ, ਜਿੱਥੇ ਕਿ ਸਿੱਕਲੀਗਰ ਸਿੱਖ ਰਹਿੰਦੇ ਸੀ, ਜਿਨ੍ਹਾਂ ਦਾ ਪੇਸ਼ਾ ਹਥਿਆਰ ਬਣਾਉਣਾ ਔਰ ਉਹਨਾਂ ਦੀ ਰਿਵਾਜ਼ ਸੀ ਘਰਾਂ ਵਿੱਚ ਹਥਿਆਰ ਰੱਖਣਾ, ਉਹਨਾਂ ਨੇ ਜਦੋਂ ਦੰਗਈਆਂ ਨੇ ਹਮਲਾ ਕੀਤਾ, ਉੱਥੇ ਦਾ ਲੋਕਲ ਕੌਂਸਲਰ ਉਹਨਾਂ ਨੂੰ ਲੀਡ ਕਰ ਰਿਹਾ ਸੀ ਦੰਗਈਆਂ ਨੂੰ, ਉਹਨਾਂ ਨੇ ਬੰਦੂਕਾਂ ਕੱਢ ਕੇ ਅੰਦਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਸਾਰੇ ਦੰਗਈਏ ਦੌੜ ਗਏ। ਉਸ ਤੋਂ ਮਗਰੋਂ DCP ਉੱਥੇ ਪਹੁੰਚਿਆ, ਆ ਕੇ ਉਹਨਾਂ ਨੇ 25 ਸਿੱਖਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਔਰ 25 ਬੰਦੂਕਾਂ ਉਹਨਾਂ ਦੇ ਕੋਲੋਂ ਸੀਜ਼ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਔਰ ਤਕਰੀਬਨ 15-20 ਦਿਨ ਤੋਂ ਬਾਅਦ ਉਹਨਾਂ ਦੀਆਂ ਜ਼ਮਾਨਤਾਂ ਹੋਈਆਂ। ਬਾਅਦ ਦੇ ਵਿੱਚ ਦੰਗਈਆਂ ਨੇ ਹਮਲਾ ਕਰਕੇ ਕਲਿਆਣਪੁਰੀ 'ਚ ਤਕਰੀਬਨ 200 ਸਿੱਖਾਂ ਨੂੰ ਮਾਰ ਦਿੱਤਾ, ਜਾਨੋਂ ਮਾਰਤਾ, ਉਹਨਾਂ ਦੇ ਘਰ ਤੈਸ਼ ਨੈਸ਼ ਕਰਤੇ। ਪਹਿਲੀ ਜੋ ਗ੍ਰਿਫਤਾਰੀਆਂ ਇੱਥੇ ਈਸਟ ਦਿੱਲੀ ਦੇ ਡਿਸਟ੍ਰਿਕਟ ਦੇ ਵਿੱਚ ਹੋਈਆਂ ਤਾਂ ਉਹ ਸੀਗੀਆਂ ਸਿੱਖਾਂ ਦੀਆਂ। ਇਹ ਕਲਿਆਣਪੁਰੀ ਥਾਣਾ ਹੈ, ਜਿਹਦੇ ਵਿੱਚ ਤਰਲੋਕਪੁਰੀ ਹੈ। ਤਰਲੋਕਪੁਰੀ ਦੇ ਵਿੱਚ 2 ਬਲਾਕਾਂ ਦੇ ਵਿੱਚ 400 ਤੋਂ ਜ਼ਿਆਦਾ ਸਿੱਖਾਂ ਦਾ ਕਤਲੇਆਮ ਹੋਇਆ। ਇਸੇ ਕਲਿਆਣਪੁਰੀ ਥਾਣੇ ਦੇ ਵਿੱਚ ਜੋ ਸਰਕਾਰੀ ਅੰਕੜੇ ਆ, ਉਹਦੇ ਮੁਤਾਬਕ 625 ਸਿੱਖਾਂ ਦਾ ਕਤਲ ਹੋਇਆ ਔਰ ਇੱਥੇ ਹੀ ਗ੍ਰਿਫਤਾਰ ਹੋ ਰਿਹਾ ਸਿੱਖ। ਇਹੋ ਈਸਟ ਡਿਸਟ੍ਰਿਕਟ ਪੁਲਿਸ ਦਾ, ਜਿੱਥੇ ਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ 1200 ਸਿੱਖਾਂ ਨੂੰ ਮਾਰਿਆ ਗਿਆ, ਉੱਥੇ ਟੋਟਲ 1 ਤੇ 2 ਨਵੰਬਰ ਨੂੰ 26 ਬੰਦੇ ਗ੍ਰਿਫਤਾਰ ਕੀਤੇ ਔਰ 26 ਦੇ 26 ਸਿੱਖ। ਇਹ ਹਾਲਤ, ਇਹ ਅਗਰ ਨਸਲੋਕਸ਼ੀ ਜੀਨੋਸਾਈਡ ਨਹੀਂ ਸੀ ਤਾਂ ਹੋਰ ਜੀਨੋਸਾਈਡ ਤੁਸੀਂ ਕਿਸ ਨੂੰ ਕਹੋਗੇ? ਇਹ ਸਿਰਫ ਈਸਟ ਦਿੱਲੀ ਡਿਸਟ੍ਰਿਕਟ ਦਾ ਹਾਲ ਹੀ ਨਹੀਂ ਸੀ, ਵੈਸਟ ਦਿੱਲੀ ਡਿਸਟ੍ਰਿਕਟ ਦੇ ਵਿੱਚ ਔਰ ਜੋ ਆਊਟਰ ਦਿੱਲੀ ਕੌਂਸਟੀਚੁਐਂਸੀ ਸੀ ਸੱਜਣ ਕੁਮਾਰ ਦੀ, ਉਹਦੇ ਵਿੱਚ ਵੀ ਇਹੋ ਹੀ ਹਾਲ ਸੀ। ਜਿੱਥੇ ਜਿੱਥੇ ਸਿੱਖਾਂ ਨੇ ਆਪਣੇ ਆਪ ਨੂੰ
ਇਕੱਠੇ ਹੋ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਪੁਲਿਸ ਪਹੁੰਚ ਗਈ। ਇਹ ਸੁਲਤਾਨਪੁਰੀ, ਪੰਜਾਬੀ ਬਾਗ, ਮੰਗੋਲਪੁਰੀ, ਪਾਲਮ ਕੌਲੋਨੀ ਦਾ ਇਲਾਕਾ ਔਰ ਇਸੇ ਇਲਾਕੇ ਦੇ ਵਿੱਚ ਤਕਰੀਬਨ 1600 ਸਿੱਖਾਂ ਨੂੰ ਸਰਕਾਰੀ ਅੰਕੜਿਆਂ ਦੇ ਮੁਤਾਬਕ ਮਾਰ ਦਿੱਤਾ ਗਿਆ ਔਰ ਇੱਥੇ ਵੀ ਇਹੋ ਹੀ ਹਾਲ ਰਿਹਾ। ਔਰ ਇਹ ਸਾਰਾ ਪੁਲਿਸ ਦੀ ਮੌਜੂਦਗੀ 'ਚ ਹੋਇਆ। ਤਰਲੋਕਪੁਰੀ ਦਾ ਇਲਾਕਾ ਜਿੱਥੇ ਕਿ 2 ਬਲਾਕਾਂ 'ਚ 400 ਤੋਂ ਜ਼ਿਆਦਾ ਸਿੱਖਾਂ ਨੂੰ ਇਕੱਠੇ ਕਤਲ ਕੀਤਾ ਗਿਆ, ਉੱਥੇ ਸਿੱਖ ਇਕੱਠੇ ਹੋ ਕੇ ਬਾਹਰ ਆ ਗਏ ਸੀ ਲੜਨ ਵਾਸਤੇ, ਮੌਬ ਭੱਜ ਗਿਆ। ਉੱਥੇ ਦਾ ਜੋ ਇੰਸਪੈਕਟਰ ਸੀ ਸੂਰਬੀਰ ਸਿੰਘ ਤਿਆਗੀ, ਉਸਨੇ ਆ ਕੇ ਸਿੱਖਾਂ ਨੂੰ ਕਿਹਾ ਕਿ ਸਾਡੀ ਆਪਣੀਆਂ ਕਿਰਪਾਨਾਂ ਦੇ ਦਿਓ ਔਰ ਅਸੀਂ ਇੱਥੇ ਤੁਹਾਡੀ ਸੁਰੱਖਿਆ ਕਰਾਂਗੇ। ਧੋਖੇ ਦੇ ਨਾਲ ਉਹਨਾਂ ਦੀਆਂ ਕਿਰਪਾਨਾਂ ਲੈ ਲਈਆਂ ਔਰ ਉਸ ਤੋਂ ਮਗਰੋਂ ਮੌਬ ਨੂੰ ਇਸ਼ਾਰੇ ਕਰਕੇ ਮੌਬ ਤੋਂ ਅਟੈਕ ਕਰਾ ਕੇ ਉੱਥੇ 400 ਸਿੱਖਾਂ ਦਾ ਕਤਲ ਕੀਤਾ। ਜਦੋਂ ਰਾਸ਼ਟਰਪਤੀ ਦੇ ਹਮਲੇ ਦੇ ਉੱਪਰ ਪੁਲਿਸ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ ਖੜੇ ਨਹੀਂ ਬੋਲ ਰਹੇ ਤਾਂ ਇੱਕ ਇਹ SHO ਤੇ ਇੰਸਪੈਕਟਰ ਦੀ ਕੀ ਔਕਾਤ ਆ, ਉਹ ਕੀ ਕਰੇਗਾ, ਉਹ ਕਿਵੇਂ ਬੋਲੇਗਾ। ਇਹ ਸੁਨੇਹਾ ਉਹ ਰਾਸ਼ਟਰਪਤੀ ਦੇ ਹਮਲੇ ਤੋਂ ਸਿੱਧਾ ਪਹੁੰਚਿਆ ਹੋਇਆ, ਥੱਲੇ ਤੱਕ ਪਹੁੰਚਿਆ ਹੋਇਆ ਸੀ ਔਰ ਕਿਸੇ ਵੀ ਪੁਲਿਸ ਵਾਲੇ ਨੇ ਨਹੀਂ ਕੀਤਾ। ਵਾਇਰਲੈਸ ਲੌਗ ਬੁੱਕ ਜੋ ਕਮਿਸ਼ਨ ਦੇ ਅੱਗੇ ਆਈਆਂ, ਉਹ ਵਾਇਰਲੈਸ ਲੌਗ ਬੁੱਕ 'ਚ ਸਾਫ਼ ਜ਼ਾਹਰ ਸੀ ਹੋ ਰਿਹਾ ਕਿ ਜਿੱਥੇ ਜਿੱਥੇ ਸੁਰੱਖਿਆ ਦਾ ਕਤਲੇਆਮ ਹੋ ਰਿਹਾ ਉਹਦੀਆਂ ਕਾਲ ਹੀ ਰਿਕਾਰਡ ਨਹੀਂ ਸੀ ਹੁੰਦੀਆਂ। ਇੱਕ ਇੰਸਪੈਕਟਰ ਨੇ ਆ ਕੇ ਨਾਨਾਵਤੀ ਕਮਿਸ਼ਨ ਦੇ ਅੱਗੇ ਬਿਆਨ ਦਿੱਤਾ ਕਿ ਸਾਨੂੰ ਇੰਸਟਰਕਸ਼ਨ ਆਈਆਂ ਸੀ ਜਿੱਥੇ ਸਿੱਖਾਂ ਦਾ ਕਤਲੇਆਮ ਆਵੇ, ਉਹਦੇ ਫੋਨ ਆਵੇ, ਉਹ ਲੌਗ ਬੁੱਕ 'ਚ ਰਿਕਾਰਡ ਨਹੀਂ ਕਰਨਾ। ਜਿੱਥੇ ਸਿੱਖ ਆਪਣੇ ਆਪ ਨੂੰ ਡਿਫੈਂਡ ਕਰਦੇ ਹੋਣ ਉਹ ਫਟਾਫਟ ਰਿਕਾਰਡ ਕਰ ਲੈਣਾ ਔਰ ਨਾਲ ਦੀ ਨਾਲ ਹੀ ਉਹਨੂੰ ਤੁਸੀਂ ਸਾਡੇ ਆਫਿਸ ਭੇਜ ਵੀ ਦੇਣਾ ਤਾਂ ਕਿ ਪੁਲਿਸ ਦੇ ਟਰੱਕ ਤੇ CRP ਦੇ ਟਰੱਕ ਉੱਥੇ ਪਹੁੰਚ ਕੇ ਸਿੱਖਾਂ ਨੂੰ ਗ੍ਰਿਫਤਾਰ ਕਰ ਸਕਣ। ਇਹੋ ਹਾਲ ਜਗ੍ਹਾ ਜਗ੍ਹਾ ਤੇ ਹੋਇਆ। ਇਹੋ ਪਾਲਮ ਕੌਲੋਨੀ ਦਾ ਇਲਾਕਾ ਜਿਹੜਾ ਸੱਜਣ ਕੁਮਾਰ ਦੇ ਖਿਲਾਫ ਹੁਣ ਕੇਸ ਚੱਲ ਰਿਹਾ, ਉਸ ਇਲਾਕੇ ਦੇ ਵਿੱਚ ਉਹ ਥਾਣੇ ਦੇ ਵਿੱਚ ਰੋਜ਼ਨਾਮਚਾ 3 ਦਿਨ 1, 2, 3 ਨਵੰਬਰ ਨੂੰ ਇੱਕ ਵੀ ਹਿੰਸਾ ਦਾ ਵਾਕਿਆ ਨਹੀਂ ਦਿਖਾਉਂਦਾ। ਸਰਕਾਰੀ ਅੰਕੜਿਆਂ ਦੇ ਮੁਤਾਬਕ 341 ਸਿੱਖਾਂ ਨੂੰ ਉੱਥੇ ਇਹਨਾਂ 3 ਦਿਨਾਂ 'ਚ ਕਤਲ ਕੀਤਾ ਗਿਆ। ਰੋਜ਼ਨਾਮਚੇ ਦੇ ਵਿੱਚ ਸਿਰਫ 2 ਐਂਟਰੀਆਂ ਔਰ ਦੋਨੋਂ ਐਂਟਰੀਆਂ ਕਿ ਸਿੱਖ ਦੰਗੇ ਕਰ ਰਹੇ ਆ। ਪੁਲਿਸ ਦਾ ਇਹ ਹਾਲ, ਪੁਲਿਸ ਉੱਥੇ ਘੁੰਮ ਰਹੀ ਆ, ਸ਼ਰੇਆਮ ਘੁੰਮ ਰਹੀ ਆ, ਦੰਗਈਆਂ ਦੇ ਨਾਲ ਘੁੰਮ ਰਹੀ ਆ ਔਰ ਆ ਕੇ ਉੱਥੇ ਐਂਟਰੀਆਂ ਹੋ ਰਹੀਆਂ ਕਿ ਸਿੱਖ ਦੰਗੇ ਕਰ ਰਹੇ ਆ। ਔਰ ਇਹ 3 ਦਿਨਾਂ ਦੇ ਵਿੱਚ ਇੱਕ ਵੀ ਸਿੱਖ ਵਾਇਲੈਂਸ ਦਾ, ਕੋਈ ਵੀ ਕਿਸੇ ਤਰ੍ਹਾਂ ਦੀ ਹਿੰਸਾ ਦੀ ਇੱਕ ਵੀ ਰਿਪੋਰਟ ਲੌਂਚ ਨਹੀਂ ਹੋਈ। ਇਹ ਹਾਲ ਸੀ ਉੱਥੇ ਪੁਲਿਸ ਦਾ। ਅਗਰ ਇਹ ਜੀਨੋਸਾਈਡ ਨਹੀਂ ਤਾਂ ਹੋਰ ਜੀਨੋਸਾਈਡ ਕੀ ਹੋਏਗਾ। ਜਿੱਥੇ ਜਿੱਥੇ ਵੀ ਸਿੱਖ ਪੁਲਿਸ ਅਫਸਰ ਸਨ ਉਹਨਾਂ ਸਾਰਿਆਂ ਨੂੰ ਜਾਂ ਤਾਂ ਡਿਊਟੀ ਤੋਂ ਹਟਾ ਦਿੱਤਾ ਗਿਆ ਜਾਂ ਉਹਨਾਂ ਨੂੰ ਨਿਹੱਤੇ ਕਰ ਦਿੱਤਾ ਗਿਆ। 31 ਅਕਤੂਬਰ ਦੀ ਸ਼ਾਮ ਨੂੰ ਸਬਜ਼ੀ ਮੰਡੀ ਥਾਣੇ ਦੇ ਵਿੱਚ ACP ਤੇ SHO ਦੋਨੋਂ ਸਿੱਖ ਸੀ, ਕੇਵਲ ਸਿੰਘ ਤੇ ਗੁਰਮੇਲ ਸਿੰਘ, ਦੋਨਾਂ ਨੇ ਐਕਸ਼ਨ ਲਿਆ ਔਰ ਦੰਗਈਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਨੇ ਨਾਲ ਦੀ ਨਾਲ ਹੈੱਡ ਆਫਿਸ ਮੈਸੇਜ ਭੇਜਿਆ ਕਿ ਸਾਨੂੰ ਸ਼ੂਟ ਐਟ ਸਾਈਟ ਦਾ ਆਰਡਰ ਦਿੱਤਾ ਜਾਵੇ। ਔਰ ਹੈੱਡ ਆਫਿਸ 'ਚੋਂ ਆਰਡਰ ਕੀ ਆਇਆ ਕਿ ਆਪਣਾ ਚਾਰਜ ਦੂਜੇ ਨੂੰ ਹੈਂਡਓਵਰ ਕਰ ਦਿਓ ਔਰ ਤੁਸੀਂ ਘਰੇ ਜਾਓ, ਤੁਹਾਡੀ ਜ਼ਰੂਰਤ ਨਹੀਂ। ਇਹੋ ਹਾਲ ਸੀ ਸਾਰੀ ਦਿੱਲੀ ਦੇ ਵਿੱਚ। ਸਿੱਖ ਅਫਸਰਾਂ ਤੋਂ ਹਥਿਆਰ ਲੈ ਲਿੱਤੇ ਗਏ ਔਰ ਉਦੋਂ ਬਾਅਦ ਕਈ ਜਗ੍ਹਾ ਦੇ ਉੱਤੇ ਉਹਨਾਂ ਅਫਸਰਾਂ ਦੇ ਉੱਤੇ ਹੀ ਹਮਲੇ ਹੋਏ ਔਰ ਉਹਨਾਂ ਨੂੰ ਪਾਸੇ ਬਿਠਾ ਦਿੱਤਾ ਔਰ ਉਹ ਸ਼ਹਿਰ ਬੈਠ ਕੇ ਇਹ ਕਤਲੇਆਮ ਇਹ ਦੇਖ ਰਹੇ ਸੀ, ਨਿਹੱਤੇ ਬੈਠੇ ਕਿਵੇਂ ਕਿਵੇਂ ਸਿੱਖਾਂ ਨੂੰ ਮਾਰਿਆ ਜਾ ਰਿਹਾ। ਕੋਈ ਦੰਗਈ ਮਰਨ ਲਈ ਨਹੀਂ ਸੀ ਤਿਆਰ। ਅੱਗੇ ਬੰਦੂਕਾਂ ਨੂੰ ਦੇਖ ਕੇ ਹੀ ਭੱਜ ਜਾਂਦੇ ਸੀ। ਪੁਲਿਸ ਵਾਲੇ ਆ ਕੇ ਉਹਨੂੰ ਹੱਲਾਸ਼ੇਰੀ ਦੇ ਕੇ ਅੱਗੇ ਨੂੰ ਕਰਨ ਲਈ, ਅੱਗੇ ਜਾ ਕੇ ਹਮਲੇ ਕਰਨ ਲਈ ਕਹਿੰਦੇ ਸੀ। ਇੱਕ ਜਗ੍ਹਾ ਤੇ ਇੱਕ ਪੁਲਿਸ ਅਫਸਰ ਮੈਕਸਵੈਲ ਪਰੇਰਾ ਨੇ ਐਕਸ਼ਨ ਲਿਆ। ਜਦੋਂ ਮੌਬ ਨੇ ਸ਼ੀਸ਼ਗੰਜ ਸਾਹਿਬ ਤੇ ਹਮਲਾ ਕੀਤਾ ਤੇ ਉਹ ਮੈਕਸਵੈਲ ਪਰੇਰਾ ਨੇ ਗੋਲੀ ਚਲਾਉਣ ਲਈ ਕਿਹਾ। ਇੱਕ ਦੰਗਈ ਨੂੰ ਗੋਲੀ ਲੱਗੀ, ਕੋਈ ਉਸ ਤੋਂ ਬਾਅਦ ਨੇੜੇ ਨਹੀਂ ਆਇਆ। ਜਿੱਥੇ ਜਿੱਥੇ ਸਿੱਖਾਂ ਨੇ ਆਪਣੇ ਘਰਾਂ 'ਚੋਂ ਗੋਲੀ ਚਲਾਈ ਤਾਂ ਸਾਰੇ ਭੱਜ ਕੇ ਨੇੜੇ ਨਹੀਂ ਆਏ। ਪੁਲਿਸ ਵਾਲੇ ਉੱਥੇ ਪਹੁੰਚੇ, ਉਹ ਪਹੁੰਚ ਕੇ ਅੱਗੇ ਹੋ ਕੇ ਸਿੱਖਾਂ ਦੀਆਂ ਬੰਦੂਕਾਂ ਲੈ ਲਈਆਂ ਜਾਂ ਫਿਰ ਉਹਨਾਂ ਨੂੰ ਨਾਲ ਆ ਕੇ ਮੌਬ ਨੂੰ ਅੱਗੇ ਕਰਕੇ ਹਮਲੇ ਕਰਾਏ। ਇੱਕ ਫੌਜੀ ਗਰੁੱਪ ਕੈਪਟਨ ਮੋਹਨਵੀਰ ਸਿੰਘ ਤਲਵਾਰ, ਜਿਸ ਨੂੰ ਕਿ ਮਹਾਵੀਰ ਚੱਕਰਾ ਮਿਲਿਆ, ਉਸ ਇਕੱਲੇ ਫੌਜੀ ਨੇ ਆਗਰਾ ਦਾ 에ਅਰ ਫੋਰਸ ਦਾ ਬੇਸ ਬਚਾਇਆ ਸੀ ਤੇ ਨਾਲ ਦੀ ਨਾਲ ਜਾ ਕੇ ਹਮਲਾ ਕਰਕੇ ਸਰਗੋਦੇ ਦੇ 에ਅਰ ਬੇਸ ਨੂੰ ਤੈਸ਼-ਨਾਸ਼ ਕੀਤਾ ਸੀ। ਉਸ ਨੂੰ ਜੋ ਐਡਾ ਵੱਡਾ ਮਹਾਵੀਰ ਚੱਕਰ ਦਾ ਤਗਮੇ ਨਾਲ ਉਸ ਨੂੰ ਆਨਰ ਕੀਤਾ ਗਿਆ। ਜਦੋਂ ਉਹਦੇ ਆਪਣੇ ਘਰ ਦੇ ਉੱਤੇ ਪਟੇਲ ਨਗਰ ਹਮਲਾ ਹੋਇਆ ਤੇ ਉਸਨੇ ਬੰਦੂਕ ਕੱਢ ਕੇ ਗੋਲੀ ਚਲਾਉਣੀ ਸ਼ੁਰੂ ਕੀਤੀ
ਤਾਂ ਉੱਥੇ